ਚੈਪਟਰ 10th ਬੇਸਿਕ ਅੱਜ ਮੈਂ ਸਮਝਾਉਣ ਜਾ ਰਹੀ ਹਾਂ। ਚੈਪਟਰ 10th ਹੈਗਾ ਸਰਕਲ, ਠੀਕ ਹੈ। ਇਹਦਾ ਬੇਸਿਕ ਕੀ ਆ? ਚੈਪਟਰ 10 ਦੇ ਵਿੱਚ ਗੱਲ ਕਿਹਦੀ ਕੀਤੀ ਆ, ਕਿਹੜੀ ਚੀਜ਼ ਦੀ ਗੱਲ ਕੀਤੀ ਹੈ ਬੱਚੇ? ਇਸ ਸਰਕਲ ਦੀ ਗੱਲ ਹੋਈ ਆ। ਸਰਕਲ ਦੇ ਵਿੱਚ ਟੇਂਜੈਂਟ ਦੀ ਗੱਲ ਹੋਈ ਆ। ਹੁਣ ਟੇਂਜੈਂਟ ਕੀ ਹੁੰਦਾ ਆ, ਠੀਕ ਹੈ। ਸੋ ਤੁਹਾਡੀ ਨਾ ਬੁੱਕ ਦੇ ਵਿੱਚ ਵੀ ਟੇਂਜੈਂਟ ਬਾਰੇ ਕਾਫੀ ਕੁਝ ਦੱਸਿਆ ਹੋਇਆ ਆ। ਦੇਖੋ ਬੱਚੇ, ਸਰਕਲ ਜਦੋਂ ਚੈਪਟਰ ਕੋਈ ਦਿੱਤਾ ਹੁੰਦਾ ਨਾ, ਉਹਦੀ ਨਾ ਇੰਟਰੋਡਕਸ਼ਨ ਰੀਡ ਕਰਨੀ ਬਹੁਤ ਜ਼ਰੂਰੀ ਹੁੰਦੀ ਆ। ਸੋ ਨੋਨ ਇੰਟਰਸੈਕਟਿੰਗ ਲਾਈਨ, ਸੀਕੈਂਟ, ਇਹ ਜਿਹੜੇ ਮੋਟੇ ਮੋਟੇ ਅੱਖਰ ਹੁੰਦੇ ਆ ਨਾ, ਜਿੱਦਾਂ ਟੇਂਜੈਂਟ ਵੀ ਦੱਸਿਆ ਹੋਇਆ ਕੀ ਹੁੰਦਾ ਆ, ਇਹ ਚੀਜ਼ਾਂ ਪੜ੍ਹਨੀਆਂ ਬਹੁਤ ਹੀ ਜ਼ਰੂਰੀ ਹੁੰਦੀਆਂ, ਠੀਕ ਹੈ। ਸੋ ਟੇਂਜੈਂਟ ਦਾ ਮਤਲਬ ਪਹਿਲਾਂ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਇਹ ਨਾ ਇੱਕ ਲੈਟਿਨ ਵਰਡ ਤੋਂ ਬਣਿਆ ਹੋਇਆ ਵਾ। ਲੈਟਿਨ ਵਰਡ ਟੈਂਜੀਅਰ, ਠੀਕ ਹੈ। ਇਹਦਾ ਮੀਨ ਹੁੰਦਾ ਆ ਟੱਚ ਕਰਨਾ। ਟੱਚ ਮਤਲਬ ਛੂਹਣਾ ਕਿਸੇ ਚੀਜ਼ ਨੂੰ, ਠੀਕ ਹੈ। ਸੋ ਇਹ ਇੱਕ ਟੇਂਜੈਂਟ ਲਾਈਨ ਹੁੰਦੀ ਆ ਜਿਹੜੀ ਕਿ ਸਰਕਲ ਨੂੰ ਕਿਸੇ ਇੱਕ ਸਿੰਗਲ ਪੁਆਇੰਟ ਤੋਂ ਟੱਚ ਕਰਕੇ ਨਿਕਲਦੀ ਆ, ਠੀਕ ਹੈ। ਭਾਵੇਂ ਇੱਧਰੋਂ ਨਿਕਲ ਜੇ ਜਾਂ ਇੱਧਰੋਂ, ਹੈ ਨਾ, ਜਾਂ ਇੱਧਰੋਂ ਜਾਂ ਇੱਧਰੋਂ। ਅਤੇ ਇੱਕ ਪੁਆਇੰਟ 'ਤੇ ਸਿਰਫ ਇੱਕ ਟਾਈਮ 'ਤੇ ਇੱਕੋ ਹੀ ਲਾਈਨ ਜਿਹੜੀ ਆ ਉਹ ਪਾਸ ਹੋ ਸਕਦੀ, ਉਹਨੂੰ ਅਸੀਂ ਟੇਂਜੈਂਟ ਲਾਈਨ ਕਹਿ ਦਿੰਦੇ ਹਾਂ। ਜਿੱਦਾਂ ਹੁਣ ਏ ਬੀ ਆ, ਠੀਕ ਹੈ। ਇਹ ਕੀ ਲਾਈਨ ਹੋ ਜੂਗੀ? ਟੇਂਜੈਂਟ ਲਾਈਨ ਹੋ ਜੂਗੀ। ਸੋ ਟੇਂਜੈਂਟ ਦਾ ਤੁਹਾਨੂੰ ਸਮਝ ਲੱਗ ਹੀ ਗਿਆ ਕਿ ਉਹ ਲਾਈਨ ਜਿਹੜੀ ਸਰਕਲ ਨੂੰ ਟੱਚ ਕਰਕੇ ਨਿਕਲਦੀ ਹੈ ਇੱਕ ਪੁਆਇੰਟ ਤੋਂ, ਠੀਕ ਹੈ, ਸਿਰਫ ਇੱਕੋ ਪੁਆਇੰਟ ਤੋਂ। ਹੁਣ ਗੱਲ ਆ ਗਈ ਬੱਚੇ ਸੀਕੈਂਟ ਦੀ। ਸੀਕੈਂਟ ਜਿਹੜੀ ਲਾਈਨ ਹੁੰਦੀ ਆ ਨਾ, ਉਹ ਸਰਕਲ ਨੂੰ 2 ਪੁਆਇੰਟਸ 'ਤੇ ਕੱਟਦੀ ਆ। 2 ਪੁਆਇੰਟਸ, ਮੰਨ ਲਓ ਇੱਕ ਪੁਆਇੰਟ ਇੱਥੇ ਆ ਅਤੇ ਇੱਕ ਪੁਆਇੰਟ ਇੱਥੇ, ਵਿੱਚੋਂ ਪਾਸ ਹੋ ਕੇ ਨਿਕਲਦੀ ਆ, ਠੀਕ ਹੈ। ਇੱਧਰੋਂ ਵੀ ਨਿਕਲ ਸਕਦੀ ਆ, ਇੱਧਰੋਂ ਵੀ ਨਿਕਲ ਸਕਦੀ ਆ। ਗੱਲ ਇਹ ਬਸ ਕਿ 2 ਪੁਆਇੰਟਸ ਦੇ ਵਿੱਚੋਂ ਪਾਸ ਹੋ ਕੇ ਸੀਕੈਂਟ ਜਿਹੜੀ ਆ ਉਹ ਨਿਕਲਦੀ ਆ। ਸੋ ਇਹ ਸੀਕੈਂਟ ਹੋ ਗਈ, ਇਹ ਟੇਂਜੈਂਟ ਹੋ ਗਈ। ਅਤੇ ਨੋਨ ਇੰਟਰਸੈਕਟਿੰਗ ਲਾਈਨਸ, ਨੋਨ ਇੰਟਰਸੈਕਟਿੰਗ ਦਾ ਮਤਲਬ ਕੀ ਹੁੰਦਾ ਆ ਬੱਚੇ? ਜਿਹੜੀਆਂ ਇੰਟਰਸੈਕਟ ਨਹੀਂ ਕਰਦੀਆਂ ਸਰਕਲ ਨੂੰ, ਬਾਹਰੋਂ ਬਾਹਰ ਨਿਕਲ ਜਾਂਦੀਆਂ, ਨਾ ਟੱਚ ਕਰਦੀਆਂ, ਨਾ ਕਿਸੇ 2 ਪੁਆਇੰਟ 'ਤੇ ਕੱਟ ਕੇ ਸੀਕੈਂਟ ਬਣਾਉਂਦੀਆਂ ਵਾ। ਇਹ ਨੋਨ ਇੰਟਰਸੈਕਟਿੰਗ ਲਾਈਨਸ ਹੋ ਗਈਆਂ। ਭਾਵੇਂ ਇੱਧਰੋਂ ਹੋ ਜੇ ਪਾਸ, ਭਾਵੇਂ ਇੱਧਰੋਂ ਹੋ ਜੇ, ਠੀਕ ਹੈ, ਜਿਹੜੀਆਂ ਟੱਚ ਨਹੀਂ ਕਰਦੀਆਂ ਹੈਗੀਆਂ। ਅਤੇ ਨੈਕਸਟ ਹੈਗਾ ਬੱਚੇ ਪੁਆਇੰਟ ਆਫ ਕੰਟੈਕਟ। ਪੁਆਇੰਟ ਆਫ ਕੰਟੈਕਟ ਕੀ ਹੁੰਦਾ? ਆਹ ਸੈਂਟਰ ਹੁੰਦਾ, ਠੀਕ ਹੈ। ਦੇਖੋ, ਸਰਕਲ ਤੋਂ ਇੱਕ ਲਾਈਨ ਜਿਹੜੀ ਟੱਚ ਕਰਕੇ ਨਿਕਲੀ ਆ, ਟੇਂਜੈਂਟ ਲਾਈਨ। ਟੇਂਜੈਂਟ ਲਾਈਨ 'ਤੇ ਜਿਹੜਾ ਆ ਰੇਡੀਅਸ ਹੁੰਦਾ ਨਾ, ਇਹ ਮਿਲ ਕੇ ਇੱਥੇ ਪੁਆਇੰਟ ਆਫ ਕੰਟੈਕਟ ਬਣਾਉਂਦੇ ਆ। ਯਾਨੀ ਕਿ ਪੁਆਇੰਟ ਆਫ ਕੰਟੈਕਟ ਕਿਹੜਾ ਹੁੰਦਾ ਵਾ? ਜਿੱਥੇ ਟੇਂਜੈਂਟ ਲਾਈਨ ਟੱਚ ਕਰਕੇ ਨਿਕਲਦੀ ਆ ਸਰਕਲ ਨੂੰ, ਠੀਕ ਹੈ, ਉਹਨੂੰ ਪੁਆਇੰਟ ਆਫ ਕੰਟੈਕਟ ਕਹਿ ਦਿੰਦੇ ਆਪਾਂ। ਅਤੇ ਇਹ ਇੱਕ ਗੱਲ ਇਹ ਯਾਦ ਰੱਖਣੀ ਕਿ ਪੁਆਇੰਟ ਆਫ ਕੰਟੈਕਟ ਰੇਡੀਅਸ ਦੇ ਨਾਲ 90 ਡਿਗਰੀ ਦਾ ਐਂਗਲ ਬਣਾਉਂਦਾ ਆ। ਇਹ ਗੱਲ ਤੁਸੀਂ ਯਾਦ ਰੱਖਣੀ ਆ, ਠੀਕ ਹੈ। ਅਤੇ ਜਿੱਦਾਂ ਹੁਣ ਮੰਨ ਲਓ ਪੀ ਲਾਈਨ ਆ ਉਹ ਸੈਂਟਰ ਹੈ, ਠੀਕ ਹੈ। ਅਤੇ ਆਹ ਪੀ ਜਿਹੜਾ ਪੁਆਇੰਟ ਆਫ ਕੰਟੈਕਟ ਆ, ਅਤੇ ਪੀ ਕਿੰਨੇ ਡਿਗਰੀ ਦਾ ਹੋਏਗਾ ਐਂਗਲ? 90 ਡਿਗਰੀ ਦਾ। ਇਹ ਗੱਲ ਯਾਦ ਰੱਖਣਾ ਕਿ ਪੁਆਇੰਟ ਆਫ ਕੰਟੈਕਟ ਹਮੇਸ਼ਾ 90 ਡਿਗਰੀ ਦਾ ਐਂਗਲ ਬਣਾਉਂਦਾ ਆ। ਹੁਣ ਇੱਥੇ ਤੁਹਾਨੂੰ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹਾਂਗੀ ਕਿ ਇੱਕ ਟਾਈਮ 'ਤੇ ਸਿਰਫ ਇੱਕ ਹੀ ਟੇਂਜੈਂਟ ਜਿਹੜੀ ਇੱਕ ਪੁਆਇੰਟ 'ਚੋਂ ਪਾਸ ਹੋ ਸਕਦੀ ਆ। ਜੇਕਰ ਪੁਆਇੰਟਸ ਜ਼ਿਆਦਾ ਹੋਣ, ਮੰਨ ਲਓ ਇੱਕ ਪੁਆਇੰਟ ਇੱਥੇ, ਇੱਕ ਇੱਥੇ ਆ, ਇੱਕ ਇੱਥੇ ਆ, ਇੱਕ ਇੱਥੇ, ਫਿਰ ਆਪਾਂ ਕਹਿ ਸਕਦੇ ਹਾਂ ਕਿ ਮੈਨੀ ਟੇਂਜੈਂਟਸ, ਠੀਕ ਹੈ। ਫਿਰ ਆਪਾਂ ਕਹਿ ਸਕਦੇ ਹਾਂ ਕਿ ਮੈਨੀ ਟੇਂਜੈਂਟ, ਜੇਕਰ ਪੁਆਇੰਟਸ ਵੀ ਜ਼ਿਆਦਾ ਹੋਣ। ਬਟ ਜੇਕਰ ਇੱਕ ਹੀ ਪੁਆਇੰਟ ਆ ਤਾਂ ਉਸ ਟਾਈਮ 'ਤੇ ਸਿਰਫ ਇੱਕੋ ਟੇਂਜੈਂਟ ਜਿਹੜੀ ਪਾਸ ਹੋ ਸਕਦੀ ਆ। ਹੁਣ ਇੱਕ ਗੱਲ ਹੋਰ ਇਹਦੇ ਵਿੱਚ ਗੱਲ ਕੀਤੀ ਗਈ ਆ ਕਿ ਇੱਕ ਟਾਈਮ 'ਤੇ ਸਰਕਲ ਵਿੱਚੋਂ ਸਿਰਫ 2 ਹੀ ਟੇਂਜੈਂਟਸ ਜਿਹੜੀਆਂ ਉਹ ਪੈਰਲਲ ਹੋ ਸਕਦੀਆਂ ਵਾ, ਠੀਕ ਹੈ। ਇੱਕ ਇੱਧਰ ਹੋ ਗਈ, ਇੱਕ ਇੱਧਰ ਹੋ ਗਈ, ਜਾਂ ਫਿਰ ਇੱਕ ਇੱਧਰ ਹੋ ਗਈ ਅਤੇ ਇੱਕ ਲਾਈਨ ਇੱਧਰ ਹੋ ਗਈ, ਠੀਕ ਹੈ। 2 ਹੀ ਲਾਈਨਸ ਸਿਰਫ ਪੈਰਲਲ ਹੋ ਸਕਦੀਆਂ ਵਾ ਜਿਹੜੀਆਂ ਟੇਂਜੈਂਟ ਹੁੰਦੀਆਂ ਇੱਕ ਟਾਈਮ 'ਤੇ। ਇਸ ਤੋਂ ਵੱਧ ਨਹੀਂ ਲਾਈਨਸ ਜਿਹੜੀਆਂ ਪੈਰਲਲ ਹੋ ਸਕਦੀਆਂ, ਠੀਕ ਹੈ। ਸੋ ਇਹ ਜਿਹੜੀਆਂ ਮੇਨ ਗੱਲਾਂ ਤੁਸੀਂ ਯਾਦ ਰੱਖਣੀਆਂ ਕਿ ਸੀਕੈਂਟ ਜਿਹੜੀ ਹੁੰਦੀ ਆ, ਟੇਂਜੈਂਟ ਜਿਹੜੀ ਹੁੰਦੀ ਆ ਉਹ ਇੱਕ ਪੁਆਇੰਟ 'ਤੇ ਕੱਟਦੀ ਆ, ਸੀਕੈਂਟ 2 ਪੁਆਇੰਟਸ 'ਤੇ ਕੱਟਦੀ ਆ, ਨੋਨ ਇੰਟਰਸੈਕਟਿੰਗ ਪੁਆਇੰਟ ਟੱਚ ਹੀ ਨਹੀਂ ਕਰਦੀ ਗੀ, ਪੁਆਇੰਟ ਆਫ ਕੰਟੈਕਟ 90 ਡਿਗਰੀ ਦਾ ਐਂਗਲ ਬਣਾਉਂਦਾ ਆ, ਅਤੇ ਪੈਰਲਲ ਲਾਈਨਸ ਕਿੰਨੀਆਂ ਹੋ ਸਕਦੀਆਂ ਇੱਕ ਟਾਈਮ 'ਤੇ? ਹੁਣ ਆਪਾਂ ਜਾਣਦੇ 10.1 'ਤੇ। ਇਹਦੇ ਵਿੱਚ ਥੋੜ੍ਹਾ ਜਿਹਾ ਬੇਸਿਕ ਹੈਗਾ ਸੀਗਾ, ਇਸ ਕਰਕੇ ਮੈਂ ਇਹਨੂੰ ਵਿੱਚ ਇਨਕਲੂਡ ਕਰ ਲਿਆ। ਸਭ ਤੋਂ ਪਹਿਲਾ ਕੁਐਸਚਨ ਹੈਗਾ ਹਾਊ ਮੈਨੀ ਟੇਂਜੈਂਟਸ ਕੈਨ ਏ ਸਰਕਲ ਹੈਵ। ਤੁਹਾਨੂੰ ਮੈਂ ਸਮਝਾ ਕੇ ਹਟੀ ਹਾਂ ਕਿ 1 ਟੇਂਜੈਂਟ ਜਿਹੜੀ ਆ ਉਹ ਟੱਚ ਕਰਦੀ ਹੈ ਜੇਕਰ ਪੁਆਇੰਟ ਇੱਕ ਹੋਵੇ। ਬਟ ਜੇਕਰ ਪੁਆਇੰਟਸ ਜ਼ਿਆਦਾ ਹੋਣ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਨਫਾਈਨਾਈਟ ਹੁੰਦਾ ਮੈਨੀ ਟੇਂਜੈਂਟਸ, ਕਿ ਜੇਕਰ ਪੁਆਇੰਟਸ ਜ਼ਿਆਦਾ ਵਾ ਅਤੇ ਫਿਰ ਉਹ ਜਿਹੜੀਆਂ ਟੇਂਜੈਂਟ ਵੀ ਆ ਉਹ ਆਪਾਂ ਜਿੰਨੀਆਂ ਮਰਜ਼ੀ ਡਰਾ ਕਰ ਸਕਦੇ ਹਾਂ, ਠੀਕ ਹੈ। ਅਤੇ at any point on a circle can be one and only one tangent, but if there are collections of infinite points then we can draw infinite number of tangent। ਕਹਿਣ ਦਾ ਭਾਵ ਕਿ ਜੇਕਰ ਇੱਕ ਪੁਆਇੰਟ ਆ ਤਾਂ ਇੱਕ ਹੀ ਟੇਂਜੈਂਟ ਡਰਾ ਹੋਏਗੀ, ਜੇਕਰ ਕਲੈਕਸ਼ਨ ਹੈਗੇ ਪੁਆਇੰਟਸ 'ਤੇ ਕਾਫੀ ਪੁਆਇੰਟਸ ਆ ਅਤੇ ਫਿਰ ਮੈਨੀ ਟੇਂਜੈਂਟਸ ਆਪਾਂ ਡਰਾ ਕਰ ਸਕਦੇ ਹਾਂ। ਸੋ ਫਿਲਿਪਸ ਆ ਗਏ ਆ ਬੱਚੇ, ਕਹਿੰਦੇ ਇਹ ਟੇਂਜੈਂਟ ਟੂ ਏ ਸਰਕਲ, ਇੱਕ ਟੇਂਜੈਂਟ ਆ, ਠੀਕ ਹੈ, ਟੂ ਏ ਸਰਕਲ ਡਰਾ ਕਰ ਲਿਆ ਕਰੋ ਨਾਲ ਨਾਲ। ਇੰਟਰਸੈਕਟ ਇਟ ਇਨ ਡੈਸ਼ ਪੁਆਇੰਟ, ਇੱਕ ਟੇਂਜੈਂਟ ਜਿਹੜੀ ਸਰਕਲ ਨੂੰ ਕਿੰਨੇ ਪੁਆਇੰਟਸ 'ਤੇ ਕੱਟ ਕਰਦੀ ਆ? ਓਨਲੀ
1 ਪੁਆਇੰਟ 'ਤੇ, ਠੀਕ ਹੈ। ਐਂਡ ਨੈਕਸਟ ਪੁਆਇੰਟ ਦੇ ਵਿੱਚ ਉਹਨਾਂ ਨੇ ਕੀ ਕਿਹਾ, ਨੈਕਸਟ ਲਾਈਨ ਦੇ ਵਿੱਚ, ਇਹ ਲਾਈਨ ਇੰਟਰਸੈਕਟਿੰਗ ਇਹ ਸਰਕਲ ਇਨ 2 ਪੁਆਇੰਟ, ਕਹਿੰਦੇ ਕਿ ਇੱਕ ਲਾਈਨ ਆ ਉਹ ਸਰਕਲ ਨੂੰ 2 ਪੁਆਇੰਟਾਂ 'ਤੇ ਕੱਟ ਕਰਦੀ ਆ, ਅਤੇ ਉਹਨੂੰ ਉਸ ਲਾਈਨ ਨੂੰ ਕੀ ਕਵਾਂਗੇ, ਅਤੇ ਤੁਹਾਨੂੰ ਮੈਂ ਦੱਸਿਆ ਕਿ 2 ਪੁਆਇੰਟਾਂ ਦੀ ਜਿਹੜੀ ਲਾਈਨ ਇੰਟਰਸੈਕਟ ਕਰਦੀ ਆ ਉਹਨੂੰ ਅਸੀਂ ਸੀਕੈਂਟ ਕਹਿ ਦਿੰਦੇ ਹਾਂ। ਇਹ ਸਰਕਲ ਕੈਨ ਹੈਵ ਡੈਸ਼ ਪੈਰਲਲ ਟੇਂਜਨ ਐਟ ਦਾ ਮੋਸਟ, ਕਹਿੰਦੇ ਕਿ ਇੱਕ ਸਰਕਲ ਦੇ ਉੱਤੇ ਕਿੰਨੀਆਂ ਕੁ ਲਾਈਨਾਂ ਜਿਹੜੀਆਂ ਪੈਰਲਲ ਟੇਂਜਨ ਹੋ ਸਕਦੀਆਂ, ਉਹ ਵੀ ਤੁਹਾਨੂੰ ਮੈਂ ਸਮਝਾ ਕੇ ਹਟੀ ਹਾਂ ਕਿ ਵੱਧ ਤੋਂ ਵੱਧ 2 ਲਾਈਨਾਂ ਪੈਰਲਲ ਹੋ ਸਕਦੀਆਂ ਵਾ, ਇਸ ਤੋਂ ਵੱਧ ਨਹੀਂ ਹੋ ਸਕਦੀਆਂ, ਠੀਕ ਹੈ। ਸੋ ਦਾ ਕੋਮਨ ਪੁਆਇੰਟ ਆਫ ਟੇਂਜੈਂਟ ਡਰਾ ਕਰ ਲੈਂਦੇ ਹਾਂ। ਕੋਮਨ ਪੁਆਇੰਟ ਦੀ ਗੱਲ ਕੀਤੀ ਟੇਂਜੈਂਟ ਦੀ ਅਤੇ ਸਰਕਲ ਦੀ, ਸਰਕਲ ਦਾ ਅਤੇ ਟੇਂਜੈਂਟ ਦਾ ਕੋਮਨ ਪੁਆਇੰਟ ਆਹ ਵਾਲਾ ਵਾ, ਠੀਕ ਹੈ। ਸਰਕਲ ਦਾ ਵੀ ਇਹੀ ਆ ਅਤੇ ਟੇਂਜੈਂਟ ਦਾ ਵੀ ਇਹੀ ਆ, ਅਤੇ ਇਹਨੂੰ ਅਸੀਂ ਸਰਕਲ ਦੇ ਵਾਲੇ ਪੁਆਇੰਟ ਨੂੰ ਕੀ ਕਹਿ ਦਿੰਦੇ ਹਾਂ, ਪੁਆਇੰਟ ਆਫ ਕੌਂਟੈਕਟ ਜਿਹੜੇ ਕੌਂਟੈਕਟ ਦੇ ਵਿੱਚ ਆ ਗਿਆ, ਟੇਂਜੈਂਟ ਦੇ ਕੌਂਟੈਕਟ ਵਿੱਚ ਆ ਗਿਆ ਜਾਂ ਸਰਕਲ ਦੇ ਕੌਂਟੈਕਟ ਵਿੱਚ ਆ ਗਿਆ, ਠੀਕ ਹੈ। ਸੋ ਇਹ ਸੀਗੀਆਂ ਫਿਲਿਪਸ। ਥਰਡ ਕੁਐਸਚਨ, ਇਹ ਟੇਂਜੈਂਟ ਪੀ ਕਿਊ, ਇੱਕ ਟੇਂਜੈਂਟ ਆ ਉਹਦਾ ਨਾਮ ਹੈਗਾ ਪੀ ਕਿਊ। ਚਲੋ ਨਾਲ ਦੀ ਨਾਲ ਨਾ ਆਪਾਂ ਡਰਾ ਕਰੀ ਜਾਂਦੇ ਹਾਂ, ਅਤੇ ਜੇਕਰ ਟੇਂਜੈਂਟ ਆ ਤਾਂ ਟੇਂਜੈਂਟ ਸਰਕਲ 'ਤੇ ਹੀ ਹੁੰਦੀ ਹੈ ਨਾ, ਇਟ ਮੀਨਸ ਸਾਨੂੰ ਸਰਕਲ ਵੀ ਤਾਂ ਡਰਾ ਕਰਨਾ ਹੀ ਪੈਣਾ ਨਾ। ਉਹ ਟੇਂਜੈਂਟ ਚਲੋ ਅਸੀਂ ਥੱਲੇ ਨੂੰ ਡਰਾ ਕਰ ਲੈਂਦੇ ਹਾਂ, ਉਹਦਾ ਨਾਮ ਹੈਗਾ ਵਾ ਪੀ ਕਿਊ। ਹੁਣ ਇਹ ਵੀ ਪੀ ਇੱਥੇ ਹੋਣਾ ਕਿ ਕਿਊ ਇੱਥੇ ਹੋਣਾ ਸਾਨੂੰ ਪਤਾ ਨਹੀਂ ਨਾ, ਅਸੀਂ ਅੱਗੇ ਪੜ੍ਹਦੇ ਹਾਂ। ਪੁਆਇੰਟ ਪੀ ਆਫ ਏ ਸਰਕਲ, ਜਿਹੜਾ ਪੀ ਪੁਆਇੰਟ ਆ ਨਾ ਉਹ ਕਿਹਦਾ ਵਾ, ਸਰਕਲ ਦਾ। ਇਟ ਮੀਨਸ ਪੀ ਪੁਆਇੰਟ ਇੱਥੇ ਆਊਗਾ ਅਤੇ ਕਿਊ ਇੱਥੇ ਆਊਗਾ। ਹੁਣ ਆਪਾਂ ਇੱਕ ਨਾ ਸੈਂਟਰ ਵੀ ਡਰਾ ਕਰ ਲੈਂਦੇ ਹਾਂ, ਠੀਕ ਹੈ, ਕਿਉਂਕਿ ਰੇਡੀਅਸ ਦੀ ਗੱਲ ਕੀਤੀ ਹੈ ਅਤੇ ਰੇਡੀਅਸ ਜਿਹੜਾ ਵਾ ਉਹ ਸੈਂਟਰ ਤੋਂ ਹੀ ਸਟਾਰਟ ਹੁੰਦਾ ਹੈ ਨਾ। 5 ਸੈਂਟੀਮੀਟਰ ਮੀਟਸ ਏ ਲਾਈਨ ਥਰੂ ਦਾ ਸੈਂਟਰ ਓ। ਹੁਣ ਜਿਹੜਾ ਪੀ ਪੁਆਇੰਟ ਆ ਨਾ ਉਹ ਪੀ ਤੋਂ ਅਤੇ ਓ ਤੋਂ ਜਿਹੜਾ ਰੇਡੀਅਸ ਬਣਦਾ ਪਿਆ ਨਾ ਉਹ 5 ਸੈਂਟੀਮੀਟਰ ਦਾ 5 ਸੈਂਟੀਮੀਟਰ ਦਾ ਬਣਦਾ ਪਿਆ ਆ, ਉਹਨਾਂ ਨੇ ਸਾਨੂੰ ਕਹਿ ਦਿੱਤਾ ਆ ਇਹ 5 ਸੈਂਟੀਮੀਟਰ ਦਾ ਬਣਦਾ ਪਿਆ ਐਟ ਓ 'ਤੇ, ਠੀਕ ਹੈ। ਐਂਡ ਐਟ ਏ ਪੁਆਇੰਟ ਕਿਊ ਸੋ ਦੈਟ ਓ ਕਿਊ, ਹੁਣ ਜਿਹੜੀ ਓ ਕਿਊ ਆ ਉਹਦੀ ਜਿਹੜੀ ਲੈਂਥ ਆ ਉਹ ਸਾਨੂੰ ਉਹਨਾਂ ਨੇ 12 ਸੈਂਟੀਮੀਟਰ ਦਿੱਤੀ ਆ, ਠੀਕ ਹੈ। ਹੁਣ ਅਸੀਂ ਫਾਈਂਡ ਕੀ ਕਰਨਾ ਵਾ, ਪੀ ਕਿਊ ਦੀ ਲੈਂਥ ਫਾਈਂਡ ਕਰਨੀ ਆ, ਠੀਕ ਹੈ। ਅਤੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਆ ਪੀ ਜਿਹੜਾ ਪੁਆਇੰਟ ਆਫ ਕੋਂਟੈਕਟ ਆ, ਅਤੇ ਪੁਆਇੰਟ ਆਫ ਕੋਂਟੈਕਟ ਤੁਹਾਨੂੰ ਮੈਂ ਦੱਸ ਕੇ ਹਟੀ ਹਾਂ ਕਿ 90 ਡਿਗਰੀ ਦਾ ਐਂਗਲ ਬਣਾਉਂਦਾ ਆ, ਅਤੇ ਇਟ ਮੀਨਸ ਐਂਗਲ ਪੀ 'ਤੇ 90 ਡਿਗਰੀ ਦਾ ਐਂਗਲ ਬਣ ਗਿਆ। ਜੇਕਰ ਐਂਗਲ ਪੀ 'ਤੇ 90 ਡਿਗਰੀ ਦਾ ਐਂਗਲ ਬਣ ਗਿਆ ਤਾਂ ਸਾਡੇ ਕੋਲ ਓ ਪੀ ਕਿਊ 3 ਵਰਟੀਸਿਸ ਆ, ਇਟ ਮੀਨਸ ਇਹ ਰਾਈਟ ਐਂਗਲ ਟਰਾਈਐਂਗਲ ਬਣ ਗਿਆ ਸਾਡੇ ਕੋਲ, ਠੀਕ ਹੈ। ਸੋ ਅਸੀਂ ਲਿਖਣਾ ਵਾ ਕਿ ਗਿਵਨ ਕੀ ਆ, ਓ ਪੀ ਇਜ਼ ਇਕੁਅਲ 5 ਸੈਂਟੀਮੀਟਰ, ਓ ਕਿਊ ਇਜ਼ ਇਕੁਅਲ 12 ਸੈਂਟੀਮੀਟਰ। ਐਂਡ ਅਸੀਂ ਲਿਖ ਸਕਦੇ ਹਾਂ ਵੀ ਇਹ ਐਂਗਲ ਪੀ 90 ਡਿਗਰੀ ਦਾ ਕਿਉਂ ਬਣਿਆ, ਬੱਚੇ ਰੀਜ਼ਨ ਦੇਣਾ ਵਾ ਕਿਉਂਕਿ ਪੀ ਕਿਊ ਕੀ ਆ, ਇਜ਼ ਏ ਟੇਂਜੈਂਟ, ਪੀ ਕਿਊ ਇੱਕ ਟੇਂਜੈਂਟ ਸੀਗੀ, ਐਂਡ ਓ ਪੀ ਇਜ਼ ਦਾ ਰੇਡੀਅਸ, ਅਤੇ ਰੇਡੀਅਸ ਅਤੇ ਟੇਂਜੈਂਟ ਦੇ ਜਿਹੜੇ ਪੁਆਇੰਟ ਆਫ ਕੋਂਟੈਕਟ ਆ ਯਾਨੀ ਕਿ ਐਂਗਲ ਓ ਪੀ 'ਤੇ ਹੈ ਨਾ, ਓ ਪੀ ਕਿਊ ਅਤੇ 90 ਡਿਗਰੀ ਦਾ ਐਂਗਲ ਬਣਦਾ ਪਿਆ, ਠੀਕ ਹੈ। ਸੋ ਹੁਣ ਸਾਡੇ ਕੋਲ ਨਾਓ ਅਸੀਂ ਲਿਖਾਂਗੇ ਕਿ ਇਨ ਰਾਈਟ ਟਰਾਈਐਂਗਲ, ਰਾਈਟ ਟਰਾਈਐਂਗਲ ਹੀ ਬਣਿਆ ਨਾ ਸਾਡੇ ਕੋਲ, ਕਿਉਂਕਿ ਇੱਕ ਐਂਗਲ ਜਿਹੜਾ ਉਹ 90 ਡਿਗਰੀ ਦਾ ਆ ਗਿਆ ਹੈ ਨਾ, ਅਤੇ 90 ਡਿਗਰੀ ਦਾ ਆ ਗਿਆ, ਇਟ ਮੀਨਸ ਅਸੀਂ ਪਾਈਥਾਗੋਰਸ ਯੂਜ਼ ਕਰ ਸਕਦੇ ਹਾਂ ਥਿਊਰਮ ਬਾਏ ਪਾਈਥਾਗੋਰਸ ਥਿਊਰਮ, ਠੀਕ ਹੈ। ਜਦੋਂ ਵੀ 90 ਡਿਗਰੀ ਦਾ ਐਂਗਲ ਬਣੇ ਅਤੇ 2 ਸਾਈਡਸ ਦਿੱਤੀਆਂ ਹੋਣ, ਤੀਸਰੀ ਪਤਾ ਕਰਨੀ ਹੋਵੇ, ਹਮੇਸ਼ਾ ਪਾਈਥਾਗੋਰਸ ਯੂਜ਼ ਕਰਦੇ ਹਾਂ ਅਸੀਂ। ਸੋ ਪਾਈਥਾਗੋਰਸ ਵਾਸਤੇ ਇੱਕ ਹਾਈਪੋਟੇਨਿਊਜ਼ ਚਾਹੀਦਾ ਆ ਹੈ ਨਾ, ਅਤੇ ਪਰਪੈਂਡੀਕੂਲਰ ਪਲੱਸ ਬੇਸ ਦੀ ਸਕੁਅਰ। ਹੁਣ ਬੱਚੇ ਹਾਈਪੋਟੇਨਿਊਜ਼ ਕੀ ਹੁੰਦਾ ਆ, 90 ਡਿਗਰੀ ਜਿੱਥੇ ਬਣਦਾ ਨਾ ਉਹਦੇ ਓਪੋਜ਼ਿਟ ਵਾਲੀ ਜਿਹੜੀ ਲਾਈਨ ਹੁੰਦੀ ਉਹ ਹਾਈਪੋਟੇਨਿਊਜ਼ ਹੁੰਦੀ ਹੈ, ਇਟ ਮੀਨਸ ਹਾਈਪੋਟੇਨਿਊਜ਼ ਹੈਗਾ ਓ ਕਿਊ, ਪਰਪੈਂਡੀਕੂਲਰ ਨੂੰ ਤੁਸੀਂ ਰੇਡੀਅਸ ਮੰਨ ਲਓ, ਠੀਕ ਹੈ। ਓ ਪੀ ਹੋ ਗਿਆ ਸਾਡਾ ਪਰਪੈਂਡੀਕੂਲਰ, ਐਂਡ ਬੀ ਸਾਡਾ ਹੋ ਗਿਆ ਬੇਸ ਪੀ ਕਿਊ, ਠੀਕ ਹੈ। ਸੋ ਓ ਕਿਊ ਦੀ ਵੈਲਿਊ ਹੈਗੀ ਹੈ ਜੀ 12, 12, ਓ ਪੀ 5 ਐਂਡ ਪੀ ਕਿਊ ਅਸੀਂ ਫਾਈਂਡ ਕਰਨਾ ਹੈ। ਸੋ 12 ਦੀ ਸਕੇਅਰ, ਇਟ ਮੀਨਸ 12 ਨੂੰ 2 ਵਾਰ ਮਲਟੀਪਲਾਈ ਕਰਾਂਗੇ 144 ਆ ਜਾਏਗਾ, ਐਂਡ 5 ਦੀ ਸਕੇਅਰ ਆ, 5 ਨੂੰ ਵੀ 2 ਵਾਰ ਮਲਟੀਪਲਾਈ ਕਰਾਂਗੇ ਅਤੇ 25 ਆ ਜਾਏਗਾ। ਸੋ ਬੱਚੇ ਸਭ ਤੋਂ ਪਹਿਲਾਂ ਨਾ ਜਿਹੜਾ 25 ਇੱਧਰ ਪਲੱਸ ਦਾ ਅਸੀਂ ਉਹਨੂੰ ਉੱਧਰ ਜਾ ਕੇ ਮਾਈਨਸ ਕਰ ਦੇਵਾਂਗੇ, ਅਤੇ ਮਾਈਨਸ ਕਰਕੇ ਸਾਡੇ ਕੋਲ 119 ਆ ਜਾਏਗਾ, ਅਤੇ ਇਹ ਜਿਹੜਾ ਇੱਧਰ ਸਕੇਅਰ ਆ ਨਾ ਉਹ ਦੂਸਰੇ ਪਾਸੇ ਜਾ ਕੇ ਸਕੇਅਰ ਰੂਟ ਦੇ ਵਿੱਚ ਚੇਂਜ ਹੋ ਜਾਏਗਾ, ਅਤੇ ਹੁਣ 119 ਦਾ ਸਕੇਅਰ ਰੂਟ 'ਤੇ ਜਿਹੜਾ ਉਹ ਫਾਈਂਡ ਨਹੀਂ ਅਸੀਂ ਕਰ ਸਕਦੇ, ਇਟ ਮੀਨਸ ਸਾਡੀ ਆਪਸ਼ਨ ਕਿਹੜੀ ਸਹੀ ਆਏਗੀ। ਆਪਸ਼ਨਸ ਦਿੱਤੀਆਂ ਸੀ ਨਾ ਉਹਨਾਂ ਨੇ ਸਾਨੂੰ A B C D, D ਆਪਸ਼ਨ ਸਾਡਾ ਆਨਸਰ ਆ ਜਾਏਗਾ। 4th ਕੁਐਸਚਨ ਦੇ ਵਿੱਚ ਕਿਹਾ ਕਿ ਡਰਾ ਏ ਸਰਕਲ, ਇੱਕ ਨਾ ਸਰਕਲ ਡਰਾ ਕਰਨਾ,
ਐਂਡ ਟੂ ਲਾਈਨਸ ਪੈਰਲਰ ਟੂ ਏ ਗਿਵਨ ਲਾਈਨ। ਇੱਕ ਨਾ ਲਾਈਨ ਗਿਵਨ ਆ, ਸਾਨੂੰ ਪਤਾ ਨਹੀਂ ਵੀ ਉਹ ਲਾਈਨ ਕਿੱਥੇ ਗਿਵਨ ਆ, ਅਤੇ ਕਹਿੰਦੇ ਵੀ ਦੋ ਹੋਰ ਲਾਈਨਾਂ ਪੈਰਲਰ ਡਰਾ ਕਰਨੀਆਂ ਜਿਹੜੀ ਲਾਈਨ ਗਿਵਨ ਆ। ਮੰਨ ਲਓ ਇੱਕ ਲਾਈਨ ਗਿਵਨ ਸਾਨੂੰ ਇੱਥੇ ਕਿ ਗਿਵਨ ਆ, ਬਾਹਰ ਮੈਂ ਡਰਾ ਕਰ ਲੈਂਦੀ ਹਾਂ, ਠੀਕ ਹੈ। ਅਤੇ ਉਹ ਜਿਹੜੀਆਂ ਦੋ ਪੈਰਲਰ ਲਾਈਨਾਂ ਇਸ ਗਿਵਨ ਲਾਈਨ ਦੇ ਪੈਰਲਰ ਡਰਾ ਕਰਨੀਆਂ ਨਾ, ਇੱਕ ਤਾਂ ਜਿਹੜੀ ਆ ਉਹ ਟੇਂਜੈਂਟ ਹੋਣੀ ਚਾਹੀਦੀ ਆ, ਅਤੇ ਦੂਸਰੀ ਕੀ ਹੋਣੀ ਚਾਹੀਦੀ ਆ, ਸੀਕੈਂਡ ਹੋਣੀ ਚਾਹੀਦੀ ਹੈ। ਇੱਕ ਸੀਕੈਂਡ ਇੱਥੇ ਡਰਾ ਕਰ ਲੈਣੀ, ਤੁਹਾਡੀ ਮਰਜ਼ੀ, ਤੁਸੀਂ ਇੱਧਰ ਨੂੰ ਵੀ ਡਰਾ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਡਰਾ ਹੋਏਗਾ। ਜਿਹੜੀ ਗਿਵਨ ਲਾਈਨ ਆ ਨਾ ਉਹ ਬਾਹਰ ਡਰਾ ਕਰ ਲਓ, ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਹੀ ਨਹੀਂ ਵੀ ਉਹ ਗਿਵਨ ਲਾਈਨ ਜਿਹੜੀ ਆ ਉਹ ਟੇਂਜੈਂਟ ਹੋਣੀ ਚਾਹੀਦੀ ਆ ਜਾਂ ਸੀਕੈਂਡ ਹੋਣੀ ਚਾਹੀਦੀ ਹੈ, ਇਸ ਕਰਕੇ ਮੈਂ ਬਾਹਰ ਡਰਾ ਕਰ ਲਈ, ਠੀਕ ਹੈ। ਸੋ ਵੈਰੀ ਸਿੰਪਲ ਕਿ ਤੁਸੀਂ ਪਹਿਲਾਂ ਰਫ ਕੰਮ 'ਚ ਡਰਾ ਕਰਕੇ ਵੇਖ ਲਿਆ ਕਰੋ, ਫਿਰ ਅਸਲ ਵਾਲਾ ਕੰਮ ਕਰਿਆ ਕਰੋ। ਸੈਂਟਰ ਡਰਾ ਕਰ ਲਓ। ਗਿਵਨ ਲਾਈਨ ਨੂੰ ਅਸੀਂ ਐਲ ਲੈਟ ਕਰ ਲੈਂਦੇ ਹਾਂ, ਅਤੇ ਪੁਆਇੰਟ ਆਫ ਕੰਟੈਕਟ ਪੀ ਲੈ ਲੈਂਦੇ ਹਾਂ। ਇਹਦੇ ਉੱਤੇ ਟੇਂਜੈਂਟ ਡਰਾ ਕਰ ਲਈ, ਉਹਦਾ ਨਾਮ ਮੈਂ ਐਮ ਰੱਖ ਲਿਆ, ਅਤੇ ਪੈਰਲਰ ਐਲ ਦੇ ਪੈਰਲਰ ਹੋਣੀ ਚਾਹੀਦੀ। ਇੱਕ ਲਾਈਨ ਟੇਂਜੈਂਟ ਕਹੀ ਸੀ ਨਾ, ਅਤੇ ਦੂਸਰੀ ਉਹਨਾਂ ਨੇ ਜਿਹੜੀ ਕਹੀ ਸੀ ਪੈਰਲਰ ਬਣਾਓ ਉਹ ਸੀਕੈਂਡ ਕਹੀ ਸੀਗੀ। ਜਿੱਥੇ ਜਿੱਥੇ ਪੁਆਇੰਟ ਕੱਟ ਕਰਦੇ ਆ ਨਾ ਉਹ ਪੁਆਇੰਟਸ ਦੇ ਨਾਮ ਵੀ ਰੱਖੀ ਦੇ ਆ। ਸੋ ਇਹ ਇੱਕ ਸੀਕੈਂਡ ਲਾਈਨ ਅਤੇ ਇੱਕ ਟੇਂਜੈਂਟ ਲਾਈਨ ਜਿਹੜੀ ਗਿਵਨ ਲਾਈਨ ਦੇ ਪੈਰਲਰ ਡਰਾ ਹੋ ਗਈਆਂ, 2 ਲਾਈਨਸ ਕਹੀਆਂ ਸੀ ਉਹਨਾਂ ਨੇ, ਠੀਕ ਹੈ।